ਸਤਿ ਸ਼੍ਰੀ ਅਕਾਲ HSN ਟੀਵੀ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਨਿੱਘਾ ਸਵਾਗਤ। ਮੈਂ ਹਾਂ ਸ਼ੀਤਲ। ਸਭ ਤੋਂ ਪਹਿਲਾਂ ਇੱਕ ਝਾਤ ਮਾਰੀ ਆਈਆਂ ਖਾਸ ਖਬਰਾਂ ਤੇ। ਅਮਰੀਕਾ ਦੇ ਮੈਰੀਲੈਂਡ ਸੂਬੇ ਦੇ ਵਿੱਚ ਇੱਕ ਹੀ ਪਰਿਵਾਰ ਦੇ 5 ਲੋਕ ਮਿਲੇ ਮ੍ਰਿਤਕ। FBI ਨੇ 9.8 ਮਿਲੀਅਨ ਡਾਲਰ ਦੀ ਡਰੱਗ ਤਸਕਰੀ ਦੇ ਸਰਗਨਾ ਨੂੰ ਕੀਤਾ ਗ੍ਰਿਫਤਾਰ। ਅਮਰੀਕਾ ਦੇ ਵਿੱਚ 9/11 ਅੱਤਵਾਦੀ ਹਮਲੇ ਦੇ ਅੱਜ 21 ਸਾਲ ਪੂਰੇ, ਦਹਿਲ ਉੱਠਿਆ ਸੀ ਦੇਸ਼। ਪੀਅਰ ਪੋਲੀਏਵਰ ਦੇ ਦਿੱਤੀ ਕੰਜ਼ਰਵੇਟਿਵ ਲੀਡਰਸ਼ਿਪ ਦੌੜ। 15 ਸਾਲਾ ਲੜਕੇ ਦੇ ਕਤਲ ਦੇ ਸੰਬੰਧ ਦੇ ਵਿੱਚ ਪੁਲਿਸ ਨੇ ਜਾਰੀ ਕੀਤਾ ਮਸ਼ਕੂਕ ਦਾ ਵੇਰਵਾ। PM ਮੋਦੀ ਦਾ ਉਜ਼ਬੇਕਿਸਤਾਨ ਦੌਰਾ, SCO ਦੀ ਬੈਠਕ ਦੇ ਵਿੱਚ ਲੈਣਗੇ ਹਿੱਸਾ। PM ਮੋਦੀ ਨੂੰ ਮਿਲੇ 1200 ਤੋਹਫਿਆਂ ਦੀ ਹੋਵੇਗੀ ਨਿਲਾਮੀ। ਨਮਾਮੀ ਗੰਗੇ ਮਿਸ਼ਨ ਦੇ ਵਿੱਚ ਜਾਵੇਗਾ ਪੂਰਾ ਪੈਸਾ। ਮੂਸੇਵਾਲਾ ਕਤਲ ਕੇਸ, ਗੈਂਗਸਟਰਾਂ ਦਾ ਅੱਤਵਾਦੀ ਕਨੈਕਸ਼ਨ, ਦਿੱਲੀ ਪੰਜਾਬ ਸਣੇ ਕਈ ਥਾਵਾਂ ਤੇ NIA ਦੀ ਰੇਡ। ਪੰਜਾਬ ਦੇ ਵਿੱਚ ਬਦਲੇਗਾ ਮੌਸਮ, ਅਗਲੇ 4 ਦਿਨ ਮੀਂਹ ਦੇ ਅਸਾਰ, ਸਵੇਰ ਸ਼ਾਮ ਨੂੰ ਡਿੱਗੇਗਾ ਪਾਰਾ। ਯੂਰਪ ਤੇ ਭਾਰੀ ਪੈਣ ਲੱਗੀ ਰੂਸ ਤੇ ਲੱਗੀ ਪਾਬੰਦੀ, ਭਾਰਤ ਦੇ ਵਿੱਚ ਸਾਬਤ ਹੋ ਰਿਹਾ ਬਿਹਤਰੀਨ ਮੌਕਾ। ਹੁਣ ਖਬਰਾਂ ਵਿਸਥਾਰ ਨਾਲ। ਮੈਰੀਲੈਂਡ ਸੂਬੇ ਦੇ ਸੈਸਲ ਕਾਉਂਟੀ ਵਿਖੇ ਬੀਤੇ ਦਿਨੀ ਐਲਨ ਮਿਲਜ਼ ਮੈਰੀਲੈਂਡ ਦੇ ਵਿੱਚ ਇੱਕ ਘਰ ਦੇ ਵਿੱਚ ਪਰਿਵਾਰ ਦੇ 5 ਲੋਕ ਮ੍ਰਿਤਕ ਪਾਏ ਗਏ। ਪੁਲਿਸ ਨੇ ਕਿਹਾ ਕਿ ਉਹਨਾਂ ਨੇ ਪੂਰੇ ਘਰ ਤੇ ਗੈਰੇਜ ਦੇ ਵਿੱਚ ਇੱਕ ਆਦਮੀ, ਇੱਕ ਔਰਤ ਅਤੇ ਉਹਨਾਂ ਦੇ 3 ਬੱਚੇ ਘਾਤਕ ਗੋਲੀਆਂ ਦੇ ਜ਼ਖਮਾਂ ਦੇ ਨਾਲ ਮ੍ਰਿਤਕ ਪਾਏ ਗਏ। ਪੁਲਿਸ ਦੇ ਅਨੁਸਾਰ ਘਰ ਦੇ ਗੈਰਾਜ ਦੇ ਕੋਲ ਮਰੇ ਹੋਏ ਇੱਕ ਵਿਅਕਤੀ ਦੇ ਕੋਲ ਇੱਕ ਅਰਧ ਆਟੋਮੈਟਿਕ ਹੈਂਡਗਨ ਪਈ ਮਿਲੀ। ਮਾਰੇ ਗਏ ਲੋਕਾਂ ਦੀ ਪਛਾਣ ਮਾਰਕਸ ਐਡਵਰਡ ਮਿਲੀਗਨ, ਤਾਰਾ ਮਿਲੀਗਨ, ਤਰੇਸਾ ਮਿਲੀਗਨ, ਨੂਰਾ ਮਿਲੀਗਨ, ਫਿਨ ਮਿਲੀਗਨ ਦੇ ਵਜੋਂ ਹੋਈ ਹੈ। ਮਾਤਾ ਪਿਤਾ ਸਮੇਤ ਉਹਨਾਂ ਦੇ 3 ਬੱਚੇ ਇੱਕੋ ਹੀ ਪਰਿਵਾਰ ਦੇ 5 ਮੈਂਬਰ ਨੇ। ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਸਵੇਰੇ 9:20 ਤੇ ਹੈਬਰੌਨ ਕੋਰਟ ਤੇ ਕਿਸੇ ਨੇ ਫੋਨ ਕਾਲ ਕਰਕੇ ਘਰ ਬੁਲਾਇਆ ਸੀ, ਜਿਸ ਦੇ ਵਿੱਚ ਕਿਹਾ ਗਿਆ ਸੀਗਾ ਕਿ 3 ਬੱਚਿਆਂ ਅਤੇ ਇੱਕ ਔਰਤ ਨੂੰ ਗੋਲੀ ਮਾਰ ਦਿੱਤੀ ਗਈ ਸੀ। ਜਦੋਂ ਪੁਲਿਸ 10 ਮਿੰਟ ਬਾਅਦ ਉੱਥੇ ਪਹੁੰਚੀ ਤਾਂ ਉਹਨਾਂ ਨੂੰ ਘਰ ਦੇ ਵਿੱਚ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਉਹ ਘਰ ਜਿੱਥੇ ਘਟਨਾ ਵਾਪਰੀ ਇਹ ਹੈਬਰੌਨ ਕੋਰਟ ਦੇ ਅੰਤ ਦੇ ਵਿੱਚ ਸਥਿਤ ਹੈ। ਪੁਲਿਸ ਦੇ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੈਸਲ ਕਾਉਂਟੀ ਸ਼ੈਰਿਫ ਨੇ ਇਸ ਦਾ ਅਜੇ ਖੁਲਾਸਾ ਨਹੀਂ ਕੀਤਾ ਕਿ ਉਹਨਾਂ ਪੀੜਤਾਂ ਦੇ ਵਿੱਚੋਂ ਕੋਈ ਇੱਕ ਕਾਤਲ ਹੈ, ਪਰ ਇਹ ਕਿਹਾ ਗਿਆ ਕਿ ਜਨਤਾ ਦੇ ਲਈ ਮੌਜੂਦਾ ਕੋਈ ਵੀ ਖਤਰਾ ਨਹੀਂ ਹੈ। ਪੁਲਿਸ ਦੇ ਵੱਲੋਂ ਮੌਤਾਂ ਦੇ ਬਾਰੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਨੇ। ਬੀਤੇ ਦਿਨੀ ਸੰਘੀ ਅਧਿਕਾਰੀਆਂ ਨੇ ਹਾਲ ਹੀ ਦੇ ਵਿੱਚ ਇੱਕ ਕੈਨੇਡੀਅਨ ਨਿਵਾਸੀ ਦੇ ਬਹੁ ਮਿਲੀਅਨ ਡਾਲਰਾਂ ਦੀ ਡਰੱਗ ਤਸਕਰੀ ਦੇ ਸੰਬੰਧ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। 40 ਸਾਲਾ ਸੈਮ ਨੰਗ ਬੋ ਨਾਮੀ ਇਹ ਵਿਅਕਤੀ ਐਡਮਿੰਟਨ ਕੈਨੇਡਾ ਦਾ ਨਿਵਾਸੀ ਹੈ। ਕੈਨੇਡੀਅਨ ਤੇ US ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ ਉਸੇ ਦਿਨ ਬੀਤੇ 1 ਸਤੰਬਰ ਨੂੰ FBI ਦੇ ਏਜੰਟਾਂ ਦੇ ਦੁਆਰਾ ਕੋਕੀਨ ਵੰਡਣ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਜਿਸ ਦਾ ਨਾਮ ਸੈਮ ਨੰਗ ਬੋ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੋ ਦੀ ਗ੍ਰਿਫਤਾਰੀ ਤੋਂ ਬਾਅਦ ਸਿੱਧੇ ਤੌਰ ਤੇ 1000 ਪਾਉਂਡ ਮੈਥਾਮਫੈਟਾਮਾਈਨ ਅਤੇ 333 ਕਿਲੋਗ੍ਰਾਮ ਦੇ ਕਰੀਬ ਕੋਕੀਨ ਉਸ ਦੇ ਕੋਲੋਂ ਜ਼ਬਤ ਕੀਤੀ ਗਈ, ਜੋ ਅਮਰੀਕਾ ਦੇ ਰਾਜ ਕੈਲੀਫੋਰਨੀਆ ਦੇ ਵਿੱਚ ਦਾਇਰ ਇੱਕ ਅਪਰਾਧਿਕ ਸ਼ਿਕਾਇਤ ਦੇ ਅਨੁਸਾਰ ਬਹੂ ਵੱਲੋਂ ਲੰਬੀ ਦੂਰੀ ਦੇ ਚੱਲਦਿਆਂ ਟਰੱਕ ਡਰਾਈਵਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਦੀ ਸਪੁਰਦਗੀ ਦੀ ਨਿੱਜੀ ਤੌਰ ਤੇ ਸਪਲਾਈ ਕਰਨ ਦੇ ਲਈ ਦੱਖਣੀ ਕੈਲੀਫੋਰਨੀਆ ਦੀ ਕੈਨੇਡਾ ਤੋਂ ਯਾਤਰਾ ਕਰਦਾ ਸੀ। ਬਹੂ ਦੇ ਕੋਲ 105 ਕਿਲੋਗ੍ਰਾਮ ਕੋਕੀਨ ਦੀ ਇੱਕ ਖੇਪ ਬਰਾਮਦ ਕੀਤੀ ਗਈ ਹੈ, ਜੋ ਕਿ ਇੱਕ ਸੈਮੀ ਟਰੱਕ ਦੇ ਨਾਲ ਲਿਜਾ ਰਹੀ ਹੈ, ਜਿਸ ਨੂੰ ਹੈਸਪੀਰੀਆ ਵਿੱਚੋਂ ਲੰਘੀ 28 ਜੂਨ ਨੂੰ ਬਾਅਦ ਦੇ ਵਿੱਚ ਐਰੀਜ਼ੋਨਾ ਰਾਜ ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲਿਆਂ ਦੁਆਰਾ ਜ਼ਬਤ ਕੀਤੀ ਗਈ ਹੈ। US ਅਟਾਰਨੀ ਦੁਆਰਾ ਜਾਰੀ ਸੂਚਨਾ ਦੇ ਅਨੁਸਾਰ ਬਹੂ ਦੱਖਣੀ ਕੈਲੀਫੋਰਨੀਆ ਦੇ ਵੱਖ-ਵੱਖ ਸਥਾਨਾਂ ਤੇ ਗਿਆ, ਜਿੱਥੇ ਉਹਨਾਂ ਨੇ ਨਸ਼ੀਲੇ ਪਦਾਰਥਾਂ ਨਾਲ ਭਰੇ ਬਕਸੇ ਤੇ ਬੈਗ ਡਿਲੀਵਰ ਕੀਤੇ, ਜੋ ਕਿ ਇੱਕ ਸੈਮੀ ਟਰੱਕ ਦੇ ਯਾਤਰੀ ਡੱਬਿਆਂ ਦੇ ਵਿੱਚੋਂ ਉਸਨੇ ਲੋਡ ਕੀਤੇ ਹੋਏ ਸਨ। ਹਲਫਨਾਮੇ ਦੇ ਅਨੁਸਾਰ ਸ਼ਿਕਾਇਤ ਦੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਬਹੂ ਨੇ ਸੈਮੀ ਟਰੱਕ ਡਰਾਈਵਰਾਂ ਨੂੰ ਨਸ਼ੀਲੇ ਪਦਾਰਥਾਂ ਦੀਆਂ ਕੁੱਲ 8 ਡਿਲੀਵਰੀਆਂ ਕੀਤੀਆਂ ਨੇ, ਜੋ ਕਿ ਲੰਘੀ 23 ਅਗਸਤ ਨੂੰ ਜ਼ਬਤ ਕੀਤੀਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚੋਂ 500 ਪਾਉਂਡ ਮੈਥਾਮੈਫਟਾਈਨ ਦੀ ਖੇਪ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਬਹੂ ਦੀ ਗ੍ਰਿਫਤਾਰੀ ਦੇ ਨਾਲ ਕਾਨੂੰਨ ਲਾਗੂ ਕਰਨ ਵਾਲੇ ਵਿਭਾਗਾਂ ਦੇ ਅਧਿਕਾਰੀਆਂ ਨੇ ਕਾਫੀ ਛਾਣਬੀਨ ਕੀਤੀ ਅਤੇ ਇੱਕ ਮਿੰਨੀ ਵੈਨ ਦੇ 2 ਆਧੁਨਿਕ ਲੁਕਵੇਂ ਕੰਪਾਰਟਮੈਂਟਾਂ ਦੇ ਵਿੱਚੋਂ ਉਸ ਕੋਲ 48 ਕਿਲੋਗ੍ਰਾਮ ਸ਼ੱਕੀ ਕੋਕੀਨ ਵੀ ਬਰਾਮਦ ਕੀਤੀ ਗਈ, ਜਿਸ ਨੇ ਬਹੂ ਦੇ ਹਾਲ ਦੇ ਵਿੱਚ ਬੰਦ ਕੀਤਾ ਹੈ। ਕੈਲੀਫੋਰਨੀਆ ਦਾ ਪਾਸਾਡੇਨਾ ਦੇ ਵਿੱਚ ਉਸਨੇ ਇੱਕ ਸਟੋਰੇਜ ਸਹੂਲਤ ਵਿੱਚ ਰੱਖਿਆ ਸੀ, ਜੋ ਕਿ ਪਿਛਲੇ ਸਾਲ ਦੌਰਾਨ ਜ਼ਬਤੀਆਂ ਦੇ ਨਤੀਜੇ ਵਜੋਂ ਕੁੱਲ 1008 ਪਾਉਂਡ ਮੈਥਾਮਫੈਟਾਮਾਈਨ ਅਤੇ 333 ਕਿਲੋਗ੍ਰਾਮ ਕੋਕੀਨ ਸੀ। ਹਲਫਨਾਮੇ ਦਾ ਅੰਦਾਜ਼ਾ ਹੈ ਕਿ ਉਸਨੇ ਘੱਟੋ-ਘੱਟ 9.8 ਮਿਲੀਅਨ ਡਾਲਰ ਦੇ ਮੁੱਲ ਦੇ ਨਸ਼ੀਲੇ ਪਦਾਰਥ ਵੇਚੇ ਨੇ। ਲਾਸ ਐਂਜਲਸ ਤੇ ਸੰਭਾਵਿਤ ਤੌਰ ਦੇ ਉੱਤੇ ਹੁਕਮ ਤੇ ਕਈ ਗੁਣ, ਜੋ ਕਿ ਕੈਨੇਡਾ ਦੇ ਵਿੱਚ ਨਿਰਯਾਤ ਅਤੇ ਦੁਬਾਰਾ ਵੇਚਿਆ ਜਾਂਦਾ ਹੈ। ਜੇਕਰ ਕੋਕੀਨ ਵੰਡਣ ਦੇ ਦੋਸ਼ਾਂ ਤੇ ਦੋਸ਼ੀ ਠਹਿਰਾਇਆ ਜਾਵੇ ਤਾਂ ਉਸ ਨੂੰ ਸੰਘੀ ਜੇਲ੍ਹ ਦੇ ਵਿੱਚ ਘੱਟੋ-ਘੱਟ 10 ਸਾਲ ਅਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਂਚ ਦੇ ਵਿੱਚ ਸਹਾਇਤਾ ਕਰਨ ਵਾਲੀਆਂ ਏਜੰਸੀਆਂ, ਜਿਨ੍ਹਾਂ ਦੇ ਵਿੱਚੋਂ FBI, ਲਾਸ ਐਂਜਲਸ ਟਾਸਕ ਫੋਰਸ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ, ਲਾਸ ਐਂਜਲਸ ਪੁਲਿਸ ਸ਼ਾਮਲ ਹੈ, ਜਿਨ੍ਹਾਂ ਦੇ ਵਿੱਚ ਲਾਸ ਐਂਜਲਸ ਵਾਇਲੈਂਟ ਟ੍ਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਟਾਸਕ ਫੋਰਸ, ਲਾਸ ਵੇਗਾਸ ਮੈਟਰੋਪੋਲੀਟਨ ਪੁਲਿਸ ਵਿਭਾਗ, ਕੈਲੀਫੋਰਨੀਆ ਹਾਈਵੇ ਪੈਟਰੋਲ, ਬਾਰਸਟੋ ਪੁਲਿਸ ਵਿਭਾਗ, ਮੋਹਵੇ ਏਰੀਆ ਜਨਰਲ ਨਾਰਕੋਟਿਕਸ ਇਨਫੋਰਸਮੈਂਟ ਟੀਮ ਅਤੇ ਕੇਰਨ ਸ਼ਾਉਂਟੀ ਸ਼ੈਰਿਫ ਦਾ ਸਟਾਫ ਸ਼ਾਮਲ ਹੈ। ਉਧਰ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਅੱਜ ਦੇ ਦਿਨ ਹੀ 11 ਸਤੰਬਰ ਨੂੰ ਇੱਥੇ ਜਾਨਲੇਵਾ ਅੱਤਵਾਦੀ ਹਮਲਾ ਹੋਇਆ। ਅੱਤਵਾਦੀਆਂ ਨੇ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਦੇ ਵਿੱਚ ਕਰੀਬ 3000 ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਦੇ ਨਾਲ ਹੀ ਅਮਰੀਕਾ ਹੀ ਨਹੀਂ, ਪੂਰੀ ਦੁਨੀਆ ਦਹਿਲ ਗਈ ਹੈ। ਅੱਜ ਅਮਰੀਕਾ ਦੇ ਹੋਏ ਇਸ ਹਮਲੇ ਦੇ 21 ਸਾਲ ਪੂਰੇ ਹੋ ਚੁੱਕੇ ਨੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੇ ਫਰਸਟ ਲੇਡੀ ਜਿਲ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ 9/11 ਦੇ ਹਮਲੇ ਦੇ ਪੀੜਤਾਂ ਦੇ ਸਨਮਾਨ ਅਤੇ ਯਾਦ ਕਰਨ ਦੇ ਲਈ ਦੇਸ਼ ਭਰ ਦੀ ਯਾਤਰਾ ਕਰਨਗੇ। ਅੱਤਵਾਦੀਆਂ ਦੇ ਵੱਲੋਂ ਕੀਤੇ ਗਏ 4 ਹਮਲਿਆਂ ਦੇ ਵਿੱਚ 2977 ਲੋਕ ਮਾਰੇ ਗਏ ਨੇ। ਇਹਨਾਂ ਦੇ ਵਿੱਚ 19 ਹਾਈਜੈਕਰ ਅੱਤਵਾਦੀ
ਅੱਤਵਾਦੀ ਵੀ ਸ਼ਾਮਲ ਨੇ। ਮਰਨ ਵਾਲਿਆਂ ਦੇ ਵਿੱਚ 4 ਜਹਾਜ਼ਾਂ ਵਿੱਚ ਸਵਾਰ 246 ਲੋਕ, ਵਰਲਡ ਟ੍ਰੇਡ ਸੈਂਟਰ ਦੇ ਅੰਦਰ ਅਤੇ ਆਲੇ ਦੁਆਲੇ 2606 ਅਤੇ ਪੈਂਟਾਗਨ ਦੇ ਵਿੱਚ 125 ਲੋਕ ਸ਼ਾਮਲ ਨੇ। ਮਾਰੇ ਗਏ ਜ਼ਿਆਦਾਤਰ ਨਾਗਰਿਕ ਨੇ। ਇਸ ਦੇ ਨਾਲ ਹੀ ਨਾਲ ਰਾਹਤ ਅਤੇ ਬਚਾਅ ਕਾਰਜਾਂ ਦੇ ਦੌਰਾਨ 344 ਬਚਾਅ ਕਰਮਚਾਰੀ, 71 ਪੁਲਿਸ ਕਰਮਚਾਰੀ ਤੇ 55 ਫੌਜੀ ਜਵਾਨ ਵੀ ਮਾਰੇ ਗਏ। ਇਸ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੇ ਲਈ ਉਸਾਮਾ ਬਿਨ ਲਾਦੇਨ ਨੇ 19 ਅੱਤਵਾਦੀਆਂ ਨੂੰ ਸ਼ਾਮਲ ਕੀਤਾ ਸੀ। ਇਨ੍ਹਾਂ ਅੱਤਵਾਦੀਆਂ ਨੇ ਅਮਰੀਕੀ ਜਹਾਜ਼ਾਂ ਨੂੰ ਹਾਈਜੈਕ ਕੀਤਾ ਤੇ ਫਿਰ ਵਰਲਡ ਟ੍ਰੇਡ ਸੈਂਟਰ ਕ੍ਰੈਸ਼ ਕਰ ਦਿੱਤਾ। ਦੋਵਾਂ ਇਮਾਰਤਾਂ ਦੇ ਵਿੱਚੋਂ 2 ਵੱਖ-ਵੱਖ ਜਹਾਜ਼ ਕ੍ਰੈਸ਼ ਹੋਣ ਦੇ ਕਾਰਨ ਹਜ਼ਾਰਾਂ ਲੋਕ ਮਾਰੇ ਗਏ। ਇਸ ਦੇ ਨਾਲ ਹੀ ਸੈਂਕੜੇ ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਅੱਜ ਅਮਰੀਕਾ ਦੇ ਵਿੱਚ 9/11 ਦੇ ਅੱਤਵਾਦੀ ਹਮਲੇ ਨੂੰ 21 ਸਾਲ ਪੂਰੇ ਹੋ ਚੁੱਕੇ ਨੇ। ਇਸੇ ਦਿਨ ਨੂੰ ਅਮਰੀਕਾ ਦੇ ਲਈ ਕਾਲਾ ਦਿਨ ਵੀ ਕਿਹਾ ਜਾਂਦਾ ਹੈ ਔਰ ਇਹ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ ਜੋ ਕਿ ਅਲ-ਕਾਇਦਾ ਦੁਆਰਾ ਕੀਤਾ ਗਿਆ ਸੀ। ਇਸ ਦੇ ਨਾਲ ਅਫਗਾਨਿਸਤਾਨ ਦੇ ਵਿੱਚ ਬੈਠ ਕੇ ਉਸਾਮਾ ਬਿਨ ਲਾਦੇਨ ਦੀ ਰਚਨਾ ਕੀਤੀ ਸੀ। 11 ਸਤੰਬਰ 2001 ਦੀ ਸਵੇਰ ਨੂੰ ਅਲ-ਕਾਇਦਾ ਦੇ ਅੱਤਵਾਦੀਆਂ ਨੇ 4 ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਗਿਆ ਸੀ। ਉਹਨਾਂ ਦਾ ਮਕਸਦ ਵੱਖ-ਵੱਖ ਇਤਿਹਾਸਕ ਸਥਾਨਾਂ ਤੇ ਜਹਾਜ਼ਾਂ ਨੂੰ ਕ੍ਰੈਸ਼ ਕਰਨਾ ਸੀ। ਪਹਿਲਾ ਜਹਾਜ਼ ਹਾਦਸਾ ਅਮਰੀਕਨ 에ਅਰਲਾਈਨਸ ਫਲਾਈਟ 11 ਤੇ ਵਾਪਰਿਆ ਜੋ ਕਿ ਨਿਊਯਾਰਕ ਸਿਟੀ ਦੇ ਵਿੱਚ ਸਵੇਰੇ 8:46 ਤੇ ਵਰਲਡ ਟ੍ਰੇਡ ਸੈਂਟਰ ਦੇ ਉੱਤਰੀ ਟਾਵਰ ਦੇ ਨਾਲ ਟਕਰਾ ਗਿਆ। ਠੀਕ 17 ਮਿੰਟ ਬਾਅਦ ਯੂਨਾਈਟਿਡ 에ਅਰਲਾਈਨਸ ਦੀ ਫਲਾਈਟ 175 ਦੱਖਣੀ ਟਾਵਰ ਦੇ ਨਾਲ ਟਕਰਾ ਗਈ। ਸਵੇਰੇ ਕਰੀਬ 9:37 ਤੇ ਅਮਰੀਕਨ 에ਅਰਲਾਈਨਸ ਦੀ ਫਲਾਈਟ 77 ਵਾਸ਼ਿੰਗਟਨ ਦੇ ਵਿੱਚ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੇ ਨਾਲ ਟਕਰਾ ਗਿਆ ਤੇ ਚੌਥੀ ਹਾਈਜੈਕ ਫਲਾਈਟ 93 ਦਾ ਨਿਸ਼ਾਨਾ ਵਾਈਟ ਹਾਊਸ ਜਾਂ ਫਿਰ US ਕੈਪੀਟਲ ਦੀ ਇਮਾਰਤ ਦੇ ਵੱਲ ਸੀ। ਪਰ ਯਾਤਰੀਆਂ ਦੇ ਨਾਲ ਹੋਈ ਲੜਾਈ ਦੇ ਕਾਰਨ ਅੱਤਵਾਦੀਆਂ ਦੀ ਮੌਤ ਹੋ ਗਈ। ਜਹਾਜ਼ ਦਾ ਕੰਟਰੋਲ ਹੋ ਗਿਆ ਔਰ ਇਹ ਪੈਂਸਿਲਵੇਨੀਆ ਦੇ ਸ਼ੈਕਸਵਿਲੇ ਦੇ ਮੈਦਾਨਾਂ ਤੇ ਡਿੱਗ ਗਿਆ। ਉਧਰ ਪੀਅਰ ਪੋਲੀਏਵਰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਨਵੇਂ ਆਗੂ ਚੁਣ ਲਏ ਗਏ ਨੇ। ਉਹਨਾਂ ਨੂੰ ਰਿਕਾਰਡ ਤੋੜ ਵੋਟਾਂ ਹਾਸਲ ਹੋਈਆਂ ਨੇ। 7 ਮਹੀਨੇ ਚੱਲੀ ਕੈਂਪੇਨ ਤੋਂ ਬਾਅਦ ਲੰਬੇ ਸਮੇਂ ਤੋਂ MP ਤੇ ਓਨਟਾਰੀਓ ਤੋਂ ਸਾਬਕਾ ਕੈਬਨਿਟ ਮੰਤਰੀ ਰਹੇ ਪੋਲੀਏਵਰ ਨੂੰ ਪਹਿਲੇ ਮਤਦਾਨ ਦੇ ਵਿੱਚ 22,993 ਵੋਟਾਂ ਹਾਸਲ ਹੋਈਆਂ। ਉਹਨਾਂ ਨੂੰ ਦੇਸ਼ ਭਰ ਦੇ ਵਿੱਚ ਭਰਵਾਂ ਹੁੰਗਾਰਾ ਮਿਲਿਆ ਤੇ ਲਗਭਗ ਹਰੇਕ ਹਲਕੇ ਤੋਂ ਉਹ ਉਮੀਦਵਾਰਾਂ ਦੇ ਵਿੱਚੋਂ ਮੈਂਬਰਾਂ ਦੀ ਪਹਿਲੀ ਪਸੰਦ ਰਹੇ। ਸ਼ਨੀਵਾਰ ਨੂੰ ਓਟਵਾ ਦੇ ਕਨਵੈਨਸ਼ਨ ਸੈਂਟਰ ਤੋਂ ਲੀਡਰ ਵਜੋਂ ਆਪਣਾ ਪਹਿਲਾ ਭਾਸ਼ਣ ਦਿੰਦਿਆਂ ਪੋਲੀਏਵਰ ਨੇ ਆਖਿਆ ਕਿ ਅੱਜ ਤੋਂ ਉਸ ਪੁਰਾਣੀ ਸਰਕਾਰ ਨੂੰ ਬਦਲਣ ਦਾ ਸਮਾਂ ਆ ਗਿਆ ਜਿਸ ਨੇ ਤੁਹਾਨੂੰ ਦਿੱਤਾ ਘੱਟ ਹੈ ਪਰ ਜਿਹੜੀਆਂ ਸਾਰਿਆਂ ਦੇ ਲਈ ਮਹਿੰਗੀ ਪੈ ਰਹੀ ਹੈ। ਇਸ ਪੁਰਾਣੀ ਸਰਕਾਰ ਨੂੰ ਅਸੀਂ ਉਸ ਨਵੀਂ ਸਰਕਾਰ ਦੇ ਨਾਲ ਬਦਲਾਂਗੇ ਜਿਹੜੀ ਤੁਹਾਨੂੰ ਪਹਿਲ ਦੇਵੇਗੀ, ਤੁਹਾਡੇ ਕੰਮ ਦਾ ਮੁੱਲ ਪਹਿਲਾਂ ਮੋੜੇਗੀ, ਤੁਹਾਡੀ ਰਿਟਾਇਰਮੈਂਟ, ਤੁਹਾਡੇ ਘਰ ਦੇ ਦੇਸ਼ ਦਾ ਖਿਆਲ ਰੱਖੇਗੀ। 68.15% ਵੋਟਾਂ ਹਾਸਲ ਕਰਕੇ ਪੋਲੀਏਵਰ ਨੇ ਆਪਣੇ ਮੁੱਖ ਵਿਰੋਧੀ ਜੀਨ ਚਾਰਸਟ ਨੂੰ ਬੁਰੀ ਤਰ੍ਹਾਂ ਹਰਾਇਆ। ਜੀਨ ਚਾਰਸਟ ਨੂੰ ਸਿਰਫ 16.07% ਵੋਟਾਂ ਹਾਸਲ ਹੋਈਆਂ ਤੇ ਉਹ ਦੂਜੇ ਪਾਸੇ ਉੱਤੇ ਰਹੇ। ਸੋਸ਼ਲ ਕੰਜ਼ਰਵੇਟਿਵ ਦੇ MP ਲੈਸਲਿਨ ਲੂਇਸ 9.69% ਵੋਟਾਂ ਦੇ ਨਾਲ ਤੀਸਰੇ ਸਥਾਨ ਉੱਤੇ ਰਹੇ। ਓਨਟਾਰੀਓ ਤੋਂ ਸਾਬਕਾ MPP ਰੋਮਨ ਬੇਬਰ ਨੂੰ 5.03% ਵੋਟਾਂ ਹਾਸਲ ਹੋਈਆਂ ਅਤੇ ਮੇਅਰ ਤੋਂ MP ਬਣੇ ਸਕਾਟ ਐਚੀਸਨ 1.06% ਵੋਟਾਂ ਹਾਸਲ ਕਰਕੇ ਆਖਰੀ ਸਥਾਨ ਦੇ ਉੱਤੇ ਰਹੇ। ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਦੇ ਕਾਰਨ ਇਸ ਸਮੇਂ ਕੈਨੇਡਾ ਦੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ। ਸ਼ਨੀਵਾਰ ਨੂੰ ਮਹਾਰਾਣੀ ਐਲਿਜ਼ਾਬੈਥ ਨੂੰ ਸ਼ਰਧਾਂਜਲੀ ਦੇਣ ਦੇ ਲਈ ਕੁਝ ਦੇਰ ਦੇ ਲਈ ਮੌਨ ਧਾਰਿਆ ਗਿਆ ਤੇ ਉਸ ਤੋਂ ਬਾਅਦ ਹੀ ਪੋਲੀਏਵਰ ਦੇ ਨਾਂ ਤੇ ਐਲਾਨ ਜੇਤੂ ਉਮੀਦਵਾਰ ਵਜੋਂ ਕੀਤਾ ਗਿਆ। ਸ਼ਨੀਵਾਰ ਸਵੇਰੇ ਨਾਰਥ ਯੋਰਕ ਦੇ ਵਿੱਚ ਗੋਲੀ ਮਾਰੇ ਜਾਣ ਦੇ ਕਾਰਨ ਇੱਕ 15 ਸਾਲਾ ਟੀਨੇਜਰ ਦੀ ਹੋਈ ਮੌਤ ਦੇ ਸੰਬੰਧ ਵਿੱਚ ਟੋਰਾਂਟੋ ਪੁਲਿਸ ਵੱਲੋਂ ਮਸ਼ਕੂਕ ਦੇ ਨਾਮ ਤੇ ਐਲਾਨ ਕੀਤਾ ਗਿਆ। ਪੁਲਿਸ ਨੇ ਆਖਿਆ ਕਿ ਟੋਰਾਂਟੋ ਦੇ ਟੀਨੇਜਰ ਸ਼ੈਲਡਨ ਸਮੁੰਦਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਲਈ ਟੋਰਾਂਟੋ ਦੀ 18 ਸਾਲਾ ਐਲੀਅਨ ਬਰਾਊਨ ਦੀ ਸੈਕੰਡ ਡਿਗਰੀ ਮਰਡਰ ਵਾਸਤੇ ਭਾਲ ਕੀਤੀ ਜਾ ਰਹੀ ਹੈ। ਸ਼ਨੀਵਾਰ ਤੜਕੇ 1 ਵਜੇ ਸੈਪਵਰਡ ਐਵੀਨਿਊ ਵੈਸਟ ਤੇ ਉੱਤਰ ਵੱਲ ਕੀਲ ਸਟਰੀਟ ਦੇ ਉੱਤੇ ਸਥਿਤ ਅਪਾਰਟਮੈਂਟ ਦੇ ਉੱਤੇ ਪੁਲਿਸ ਨੂੰ ਸੱਦਿਆ ਗਿਆ। ਮੌਕੇ ਦੇ ਉੱਤੇ ਪਹੁੰਚਣ ਤੇ ਪੁਲਿਸ ਨੂੰ ਇੱਕ ਟੀਨੇਜਰ ਗੋਲੀ ਲੱਗਣ ਦੇ ਕਾਰਨ ਜ਼ਖਮੀ ਹਾਲਤ ਦੇ ਵਿੱਚ ਮਿਲਿਆ। ਉਸ ਨੂੰ ਨਾਜ਼ੁਕ ਹਾਲਤ ਦੇ ਵਿੱਚ ਨੇੜਲੇ ਟਰੋਮਾ ਸੈਂਟਰ ਲਿਜਾਇਆ ਗਿਆ। ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ ਹਥਿਆਰ ਵੀ ਮਿਲੇ। ਸ਼ਨੀਵਾਰ ਦੁਪਹਿਰ ਨੂੰ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜ਼ਖਮੀ ਟੀਨੇਜਰ ਨੂੰ ਹਸਪਤਾਲ ਦੇ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਸੰਬੰਧ ਵਿੱਚ ਐਲੀਅਨ ਬਰਾਊਨ ਨਾਮ ਦੇ ਜਿਸ ਵਿਅਕਤੀ ਦੀ ਪੁਲਿਸ ਭਾਲ ਕਰ ਰਹੀ ਹੈ ਉਸ ਦਾ ਕੱਦ 6 ਫੁੱਟ, ਵਜ਼ਨ 220 ਪਾਉਂਡ ਤੇ ਠੋਡੀ ਤੱਕ ਲੰਮੇ ਗੁੰਦੇ ਹੋਏ ਵਾਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਵਿੱਚ ਸ਼ਾਮਲ ਹੋਣ ਲਈ 15-16 ਸਤੰਬਰ ਨੂੰ ਉਜ਼ਬੇਕਿਸਤਾਨ ਜਾਣਗੇ। ਕਾਨਫਰੰਸ ਦੇ ਦੌਰਾਨ ਨੇਤਾਵਾਂ ਤੋਂ ਪਿਛਲੇ 2 ਦਹਾਕਿਆਂ ਦੇ ਦੌਰਾਨ ਸਮੂਹ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਨ ਤੇ ਬਹੁਪੱਖੀ ਸਹਿਯੋਗ ਦੀਆਂ ਸੰਭਾਵਨਾਵਾਂ ਤੇ ਚਰਚਾ ਕਰਨ ਦੀ ਉਮੀਦ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਇਸ ਸੰਮੇਲਨ ਦੇ ਵਿੱਚ SCO ਮੈਂਬਰ ਦੇਸ਼ਾਂ ਦੇ ਨੇਤਾ, ਨਿਗਰਾਨ ਦੇਸ਼, SCO ਦੇ ਸਕੱਤਰ ਜਨਰਲ, SCO ਖੇਤਰੀ ਅੱਤਵਾਦ ਵਿਰੋਧੀ ਢਾਂਚੇ ਦੇ ਕਾਰਜਕਾਰੀ ਨਿਰਦੇਸ਼ਕ, ਤੁਰਕਮੇਨਿਸਤਾਨ ਤੇ ਰਾਸ਼ਟਰਪਤੀ ਦੇ ਹੋਰ ਸੱਦੇ ਗਏ ਮਹਿਮਾਨ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੰਮੇਲਨ ਤੋਂ ਇਲਾਵਾ ਕੁਝ ਦੁਵੱਲੀਆਂ ਮੀਟਿੰਗਾਂ ਵੀ ਕਰ ਸਕਦੇ ਨੇ। ਇਸ ਦੇ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਸ਼ਾਮਲ ਹੋਣ ਦੀ ਉਮੀਦ ਹੈ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਸੀ ਕਿ ਮੋਦੀ ਸ਼ੀ ਜਿਨਪਿੰਗ ਜਾਂ ਸ਼ਰੀਫ ਦੇ ਨਾਲ ਮੁਲਾਕਾਤ ਕਰਨਗੇ ਜਾਂ ਨਹੀਂ। ਬਿਆਨ ਦੇ ਵਿੱਚ ਕਿਹਾ ਗਿਆ ਕਿ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਫਕਤ ਮਿਰਜ਼ੋਯੇਵ ਦੇ ਸੱਦੇ ਤੇ ਪ੍ਰਧਾਨ ਮੰਤਰੀ ਮੋਦੀ SCO ਦੇ ਰਾਜ ਮੁਖੀਆਂ ਦੀ ਕੌਂਸਲ ਦੀ 22ਵੀਂ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ 15-16 ਸਤੰਬਰ ਤੱਕ ਸਮਰਕੰਦ ਜਾਣਗੇ। ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਖਰ ਸੰਮੇਲਨ ਦੇ ਦੌਰਾਨ ਨੇਤਾਵਾਂ ਤੋਂ ਪਿੱਛੇ 2 ਦਹਾਕਿਆਂ ਦੇ ਵਿੱਚ ਸੰਗਠਨ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਨ ਤੇ ਰਾਜ ਅਤੇ ਭਵਿੱਖ ਦੇ ਵਿੱਚ ਬਹੁਪੱਖੀ ਸਹਿਯੋਗ ਦੀਆਂ ਸੰਭਾਵਨਾਵਾਂ ਤੇ ਚਰਚਾ ਕਰਨ ਦੀ ਉਮੀਦ ਹੈ। ਇਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬੈਠਕ ਵਿੱਚ ਖੇਤਰੀ ਅਤੇ ਗਲੋਬਲ ਮਹੱਤਵ ਦੇ ਮੁੱਦਿਆਂ ਤੇ ਵੀ ਚਰਚਾ ਹੋਣ ਦੀ ਉਮੀਦ ਹੈ। ਸਾਲ 2019 ਤੋਂ ਬਾਅਦ ਇਹ SCO ਦਾ ਪਹਿਲਾ ਸਿਖਰ ਸੰਮੇਲਨ ਹੋਵੇਗਾ ਜਿਸ ਦੇ ਵਿੱਚ ਨੇਤਾਵਾਂ ਦੀ ਭੌਤਿਕ ਮੌਜੂਦਗੀ ਹੋਵੇਗੀ। SCO ਕਾਨਫਰੰਸ ਜੂਨ 2019 ਦੇ ਵਿੱਚ ਬਿਸ਼ਕੇਕ, ਕਿਰਗਿਜ਼ਸਤਾਨ ਦੇ ਵਿੱਚ ਹੋਈ ਸੀ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਿਡਾਰੀਆਂ ਤੇ ਸਿਆਸੀ ਆਗੂਆਂ ਦੇ ਸਮੇਤ ਵੱਖ-ਵੱਖ ਖੇਤਰਾਂ ਦੇ ਲੋਕਾਂ ਤੇ ਮਿਲੇ 1200 ਤੋਂ ਵੱਧ ਤੋਹਫਿਆਂ ਦੀ ਨਿਲਾਮੀ 17 ਸਤੰਬਰ ਨੂੰ ਕੀਤੀ ਜਾਵੇਗੀ। ਇਸ ਤੋਂ ਹੋਣ ਵਾਲੀ ਕਮਾਈ ਨਮਾਮੀ ਗੰਗਾ ਮਿਸ਼ਨ ਨੂੰ ਦਿੱਤੀ ਜਾਵੇਗੀ। ਇਹਨਾਂ ਤੋਹਫਿਆਂ ਨੂੰ ਨਵੀਂ ਦਿੱਲੀ ਦੇ ਵਿਖੇ ਨੈਸ਼ਨਲ ਮਿਊਜ਼ੀਅਮ ਆਫ ਮਾਡਰਨ ਆਰਟ ਵਿੱਚ ਰੱਖਿਆ ਗਿਆ ਹੈ। ਨੈਸ਼ਨਲ ਮਿਊਜ਼ੀਅਮ ਆਫ ਮਾਡਰਨ ਆਰਟ ਦੇ ਡਾਇਰੈਕਟਰ ਜਨਰਲ ਗੜਨਾਇਕ ਨੇ ਕਿਹਾ ਕਿ ਨਿਲਾਮੀ ਵੈਬ ਪੋਰਟਲ ਰਾਹੀਂ ਕਰਵਾਈ ਜਾਵੇਗੀ ਤੇ 2 ਅਕਤੂਬਰ ਨੂੰ ਸਮਾਪਤ ਹੋਵੇਗੀ। ਇਸ ਤੋਹਫੇ ਦੇ ਵਿੱਚ ਮਿਊਜ਼ੀਅਮ ਵਿੱਚ ਰੱਖੇ ਗਏ ਨੇ। ਗੜਨਾਇਕ ਨੇ ਦੱਸਿਆ ਕਿ ਭਾਰਤ ਦੇ ਅਮੀਰ ਸੱਭਿਆਚਾਰ ਤੇ ਵਿਰਸੇ ਨੂੰ ਦਰਸਾਉਂਦੇ ਵੱਖ-ਵੱਖ ਪਤਵੰਤਿਆਂ ਦੇ ਵੱਲੋਂ ਪੇਸ਼ ਕੀਤੇ ਗਏ ਤੋਹਫਿਆਂ ਦੇ ਸਮੇਤ ਕਈ ਹੋਰ ਤੋਹਫਿਆਂ ਦੀ ਨਿਲਾਮੀ ਕੀਤੀ ਜਾਵੇਗੀ। ਤੋਹਫਿਆਂ ਦੀ ਮੂਲ ਕੀਮਤ 100 ਰੁਪਏ ਤੋਂ 10 ਲੱਖ ਰੁਪਏ ਤੱਕ ਰੱਖੀ ਗਈ ਹੈ। ਤੋਹਫਿਆਂ ਦੀ ਸੂਚੀ ਦੇ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਵੱਲੋਂ ਪੇਂਟ ਕੀਤੀ ਰਾਣੀ ਕਮਲਾਪਤੀ ਦੀ ਮੂਰਤੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਵੱਲੋਂ ਪੇਂਟ ਕੀਤੀ ਗਈ ਹਨੂਮਾਨ ਦੀ ਮੂਰਤੀ ਅਤੇ ਇੱਕ ਸੂਰਿਆ ਪੇਂਟਿੰਗ ਹੈ। ਉੱਥੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਵੱਲੋਂ ਪੇਂਟ ਕੀਤਾ ਗਿਆ ਹੈ ਕਿ ਇੱਕ ਤ੍ਰਿਸ਼ੂਲ ਸ਼ਾਮਲ ਹੈ। ਦੇਵੀ ਮਹਾਲక్ష్ਮੀ ਦੀ ਮੂਰਤੀ ਐਨਸੀਪੀ ਨੇਤਾ ਅਜੀਤ ਪਵਾਰ ਦੇ ਵੱਲੋਂ ਪੇਸ਼ ਕੀਤੀ ਗਈ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਮੋਹਨ ਰੈਡੀ ਵੱਲੋਂ ਪੇਸ਼ ਕੀਤੀ ਗਈ ਭਗਵਾਨ ਵੈਂਕਟੇਸ਼ਵਰ ਦੀ ਇੱਕ ਕਲਾਕ੍ਰਿਤੀ ਵੀ ਨਿਲਾਮ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੂੰ ਮਿਲੇ ਤੋਹਫਿਆਂ ਦੀ ਨਿਲਾਮੀ ਦਾ ਚੌਥਾ ਐਡੀਸ਼ਨ ਹੈ। ਮਿਊਜ਼ੀਅਮ ਦੇ ਡਾਇਰੈਕਟਰ ਤੇਮ ਸੁਨਾਰੋ ਜ਼ਮੀਰ ਨੇ ਕਿਹਾ ਕਿ ਤਮਗਾ ਜੇਤੂ ਖਿਡਾਰੀਆਂ ਦੇ ਦਸਤਖਤ ਵਾਲੀ ਟੀ-ਸ਼ਰਟ, ਮੁੱਕੇਬਾਜ਼ੀ ਦੇ ਦਸਤਾਨੇ ਅਤੇ ਭਾਲਾ ਆਦਿ ਖੇਡਾਂ ਵਸਤੂਆਂ ਦਾ ਇੱਕ ਵਿਸ਼ੇਸ਼ ਸੰਗ੍ਰਹਿ। ਉਹਨਾਂ ਨੇ ਵੀ ਕਿਹਾ ਕਿ ਤੋਹਫਿਆਂ ਦੇ ਵਿੱਚ ਪੇਂਟਿੰਗ, ਮੂਰਤੀ ਦਸਤਕਾਰੀ, ਲੋਕ ਕਲਾਕ੍ਰਿਤੀਆਂ ਵੀ ਸ਼ਾਮਲ ਨੇ। ਹੋਰ ਵਸਤੂਆਂ ਦੇ ਵਿੱਚ ਅਯੁੱਧਿਆ ਦੇ ਵਿੱਚ ਬਣ ਰਹੇ ਸ਼੍ਰੀ ਰਾਮ ਮੰਦਿਰ ਤੇ ਕਾਸ਼ੀ ਵਿਸ਼ਵਨਾਥ ਮੰਦਿਰ ਦਾ ਮਾਡਲ ਸ਼ਾਮਲ ਹੈ। ਭਾਰਤ ਵਿੱਚ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਕਈ ਗੈਂਗਸਟਰ ਤੇ ਅੱਤਵਾਦੀ ਪਿਛਲੇ ਸਮੇਂ ਦੇ ਵਿੱਚ ਵੱਖ-ਵੱਖ ਰਾਜਾਂ ਤੋਂ ਫੜੇ ਗਏ ਨੇ। ਗੈਂਗਸਟਰਾਂ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਅਤੇ ਖਾਲਿਸਤਾਨੀ ਅੱਤਵਾਦੀਆਂ ਦੇ ਨਾਲ ਜੁੜੇ ਹੋਣ ਦੀ ਵੀ ਚਰਚਾ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਇਹਨਾਂ ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਕਿਹਾ ਗਿਆ ਕਿ ਮੂਸੇਵਾਲਾ ਨੂੰ ਮਾਰਨ ਵਾਲੇ ਗੈਂਗਸਟਰਾਂ ਦੇ ਅੱਤਵਾਦੀਆਂ ਦੇ ਨਾਲ ਸੰਬੰਧ ਸਨ ਅਤੇ ਉਹ ਆਪਣੇ ਮਾਲਕਾਂ ਦੇ ਇਸ਼ਾਰੇ ਤੇ ਵੱਖ-ਵੱਖ ਅਪਰਾਧ ਕਰ ਰਹੇ ਨੇ। ਕੁਝ ਦੋਸ਼ੀਆਂ ਨੇ ਤਾਂ ਅੱਤਵਾਦੀਆਂ ਦੇ ਨਾਲ ਸੰਬੰਧ ਹੋਣ ਦੀ ਗੱਲ ਵੀ ਕਬੂਲ ਕੀਤੀ ਹੈ। ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਜਿਹੇ ਗੈਂਗਸਟਰਾਂ ਤੇ ਅੱਤਵਾਦੀ ਕਨੈਕਸ਼ਨਾਂ ਦਾ ਪਤਾ ਲਗਾਉਣ ਦੇ ਲਈ ਕਮਰ ਕੱਸ ਲਈ ਹੈ। ਦਰਅਸਲ NIA ਸਾਰੇ ਗੈਂਗਸਟਰਾਂ ਦੇ ਖਿਲਾਫ ਵੱਡੀ ਕਾਰਵਾਈ ਕਰ ਰਹੀ ਹੈ। ਜਾਂਚ ਏਜੰਸੀ ਨੇ ਬਦਨਾਮ ਗੈਂਗਸਟਰਾਂ ਦੇ ਖਿਲਾਫ ਦੇਸ਼ ਦੇ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ, ਜਦਕਿ ਕਈ ਬਦਨਾਮ ਬਦਮਾਸ਼ਾਂ ਦੇ ਟਿਕਾਣੇ ਇਸ ਦੇ ਨਿਸ਼ਾਨੇ ਤੇ ਨੇ। NIA ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਜੁੜੇ ਸ਼ੱਕੀ ਅੱਤਵਾਦੀ ਗਿਰੋਹ ਦੇ ਸੰਬੰਧ ਵਿੱਚ ਪੰਜਾਬ ਸਣੇ ਦਿੱਲੀ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਛਾਪੇਮਾਰੀ ਕਰ ਲਈ ਹੈ। ਖਾਲਿਸਤਾਨੀ ਅੱਤਵਾਦੀਆਂ ਦੇ ਸੰਪਰਕ ਵਿੱਚ ਰਹਿਣ ਵਾਲੇ ਪੰਜਾਬ ਦੇ ਅੱਤਵਾਦੀਆਂ ਦਾ ਵੱਡਾ ਗੱਠਜੋੜ ਸਾਹਮਣੇ ਆਇਆ। ਇਸ ਸੰਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। NIA ਨੇ ਦਿੱਲੀ ਦੇ ਅਲੀਪੁਰ ਦੇ ਵਿੱਚ ਗੈਂਗਸਟਰ ਟਿੱਲੂ ਤਾਜਪੁਰੀਆ ਦੇ ਘਰ ਦੇ ਵਿੱਚ ਵੀ ਛਾਪਾ ਮਾਰਿਆ। ਟਿੱਲੂ ਤਾਜਪੁਰੀਆ ਇਸ ਵੇਲੇ ਦਿੱਲੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਜੇਲ੍ਹ ਤੋਂ ਹੀ ਆਪਣੀ ਸਾਰੀ ਸਿੰਡੀਕੇਟ ਚਲਾ ਰਿਹਾ। ਉਸਨੇ ਜੇਲ੍ਹ ਦੇ ਵਿੱਚ ਰਹਿੰਦਿਆਂ ਹੀ ਜਤਿੰਦਰ ਗੋਗੀ ਦਾ ਕਤਲ ਰੋਹਿਣੀ ਅਦਾਲਤ ਵਿੱਚ ਕਰਵਾਇਆ। ਟਿੱਲੂ ਤੇ ਵੀ UAPA ਲਾਇਆ ਗਿਆ। ਜਾਂਚ ਏਜੰਸੀ ਹੁਣ ਤੱਕ ਗੈਂਗਸਟਰਾਂ ਦੇ ਕਈ ਟਿਕਾਣਿਆਂ ਤੇ ਛਾਪੇਮਾਰੀ ਕਰ ਚੁੱਕੀ ਹੈ। ਪਿਛਲੀ ਕੁਝ ਜਾਂਚਾਂ ਦੇ ਵਿੱਚ ISI ਅਤੇ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਨਾਲ ਗੈਂਗਸਟਰਾਂ ਦੇ ਗੱਠਜੋੜ ਦਾ ਮਾਮਲਾ ਸਾਹਮਣੇ ਆਇਆ ਹੈ। ਖਾਸ ਕਰਕੇ ਪੰਜਾਬ ਦੇ ਗੈਂਗਸਟਰ ਦੇਸ਼ ਦੇ ਵਿੱਚ ਦਹਿਸ਼ਤ ਦੀ ਸਾਜ਼ਿਸ਼ ਦੇ ਵਿੱਚ ਦਹਿਸ਼ਤਗਰਦਾਂ ਦਾ ਸਾਥ ਦੇਣ ਵਾਲੇ ਇਹਨਾਂ ਗੈਂਗਸਟਰਾਂ ਦੇ ਖਿਲਾਫ NIA ਦੇਸ਼ ਦੇ ਹਰ ਕੋਨੇ ਦੇ ਵਿੱਚ ਕਾਰਵਾਈ ਕਰ ਰਹੀ ਹੈ। ਇਸ ਸਮੇਂ ਕਈ ਗੈਂਗਸਟਰਾਂ ਦੇ ਟਿਕਾਣੇ ਜਾਂਚ ਏਜੰਸੀ ਨੇ ਨਿਸ਼ਾਨੇ ਤੇ ਨੇ। ਦੱਸਣਯੋਗ ਹੈ ਕਿ ਮੋਹਾਲੀ ਰਾਕਟ ਲਾਂਚਰ ਹਮਲੇ ਅਤੇ ਲੁਧਿਆਣਾ ਕੋਰਟ ਬਲਾਸਟ ਮਾਮਲੇ ਦੀ ਜਾਂਚ ਦੇ ਦੌਰਾਨ ਵੀ ISI ਖਾਲਿਸਤਾਨੀ ਗੈਂਗਸਟਰਾਂ ਦਾ ਗੱਠਜੋੜ ਸਾਹਮਣੇ ਆਇਆ ਸੀ। ਉਧਰ ਜਲੰਧਰ ਦੇ ਵਿੱਚ ਬੀਤੇ ਦਿਨੀ ਪਏ ਮੀਂਹ ਨਾਲ ਮੌਸਮ ਦੇ ਵਿੱਚ ਤਬਦੀਲੀ ਨਜ਼ਰ ਆਈ ਹੈ। ਹਫ਼ਤੇ ਦੇ ਪਹਿਲੇ ਹੀ ਦਿਨ ਧੁੱਪ ਨਿਕਲੇਗੀ ਅਤੇ ਠੰਡੀਆਂ ਹਵਾਵਾਂ ਵੀ ਚੱਲਣਗੀਆਂ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਇਸ ਦੌਰਾਨ ਮੀਂਹ ਪੈਣ ਦੇ ਅਸਾਰ ਨੇ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਮੌਸਮ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਹੈ। ਇਸ ਸੰਬੰਧੀ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਪਿਛਲੇ ਹਫ਼ਤੇ ਦੀ ਭਵਿੱਖਬਾਣੀ ਪੂਰੀ ਤਰ੍ਹਾਂ ਸਹੀ ਸੀ। ਜੇਕਰ ਅਗਲੇ 4 ਦਿਨਾਂ ਦੀ ਭਵਿੱਖਬਾਣੀ ਵੀ ਸਹੀ ਰਹੀ ਤਾਂ ਤਾਪਮਾਨ ਦੇ ਵਿੱਚ ਗਿਰਾਵਟ ਆਵੇਗੀ। ਐਤਵਾਰ ਦੀ ਜੇਕਰ ਗੱਲ ਕਰੀਏ ਤਾਂ ਸ਼ਨੀਵਾਰ ਸ਼ਾਮ ਕਰੀਬ 4:45 ਤੇ ਅੱਧਾ ਘੰਟਾ ਮੀਂਹ ਪੈਣ ਦੇ ਕਾਰਨ ਰਾਤ ਭਰ ਠੰਡਕ ਦਾ ਅਹਿਸਾਸ ਰਿਹਾ, ਜਿਸ ਰਾਤ ਦੇ ਤਾਪਮਾਨ ਦੇ ਵਿੱਚ ਗਿਰਾਵਟ ਵੀ ਆਈ ਹੈ ਔਰ ਇਸ ਦਾ ਅਸਰ ਸਵੇਰ ਤੱਕ ਜਾਰੀ ਰਿਹਾ। ਮੌਸਮ ਵਿਭਾਗ ਦੇ ਵੱਲੋਂ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.2 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 25.4 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ, ਜਦਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.9 ਡਿਗਰੀ ਤੇ ਘੱਟ ਤੋਂ ਘੱਟ 26.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਜਦਕਿ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.7 ਡਿਗਰੀ ਤੇ ਘੱਟ ਤੋਂ ਘੱਟ 25.3 ਡਿਗਰੀ ਸੈਲਸੀਅਸ ਤੇ ਵੀਰਵਾਰ ਨੂੰ ਵੱਧ ਤੋਂ ਵੱਧ 35.9 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 25.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਦੇ ਵੱਲੋਂ ਅਗਲੇ 4 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ। ਇਸ ਦੌਰਾਨ ਠੰਡਰ ਸ਼ਾਵਰ ਵੀ ਚੱਲੇਗਾ। ਮੌਸਮ ਵਿਗਿਆਨੀ ਡਾਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਅਗਲੇ 4 ਦਿਨਾਂ ਦੇ ਵਿੱਚ ਸਵੇਰ ਤੇ ਸ਼ਾਮ ਦੇ ਸਮੇਂ ਲਗਾਤਾਰ ਬਦਲਾਅ ਵੇਖਣ ਨੂੰ ਮਿਲੇਗਾ, ਜਿਸ ਕਾਰਨ ਤੁਰੰਤ ਠੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਮੀਂਹ ਪੈਣ ਦੀ ਸੰਭਾਵਨਾ ਵੀ ਬਣੀ ਰਹੀ ਹੈ। ਇਸ ਦੇ ਨਾਲ ਹੀ ਠੰਡਰ ਸ਼ਾਵਰ ਦਾ ਅਸਰ ਵੀ ਵੇਖਣ ਨੂੰ ਮਿਲੇਗਾ। ਉਧਰ ਰੂਸ ਦੇ ਵੱਲੋਂ ਯੂਕਰੇਨ ਤੇ ਕੀਤੇ ਗਏ ਹਮਲੇ ਤੋਂ ਬਾਅਦ ਅਮਰੀਕਾ ਤੇ ਯੂਰਪ ਦੇ ਵੱਲੋਂ ਰੂਸ ਤੇ ਲਾਈਆਂ ਆਰਥਿਕ ਪਾਬੰਦੀਆਂ ਦਾ ਉਲਟਾ ਅਸਰ ਹੋ ਗਿਆ। ਅਮਰੀਕਾ ਤੇ ਯੂਰਪ ਦੇ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਨਾਲ ਰੂਸ ਦੀ ਅਰਥ ਵਿਵਸਥਾ ਤੇ ਤਾਂ ਕੋਈ ਖਾਸ ਫਰਕ ਨਹੀਂ ਹੈ, ਸਗੋਂ ਯੂਰਪ ਦੇ ਵਿੱਚ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ ਮਹਿੰਗਾਈ ਦਾ ਸੰਕਟ ਖੜਾ ਹੋ ਗਿਆ। UK ਦੇ ਵਿੱਚ ਮਹਿੰਗਾਈ 40 ਸਾਲ ਦੇ ਉੱਚ ਪੱਧਰ ਤੇ ਪਹੁੰਚ ਚੁੱਕੀ ਹੈ, ਜਦਕਿ ਇਸ ਦੇ ਨੇੜਲੇ ਭਵਿੱਖ ਦੇ ਵਿੱਚ 22% ਨੂੰ ਪਾਰ ਕਰਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਟਕਰਾਅ ਦੇ ਵਿੱਚ ਭਾਰਤ ਵੱਲੋਂ ਅਪਣਾਈ ਸੰਤੁਲਨ ਨੀਤੀ ਨਾਲ ਨਾ ਸਿਰਫ ਭਾਰਤ ਦੇ ਐਕਸਪੋਰਟਰਸ ਨੂੰ ਫਾਇਦਾ ਹੋ ਰਿਹਾ, ਸਗੋਂ ਦੇਸ਼ ਦੇ ਡਾਲਰ ਤੇ ਨਿਰਭਰਤਾ ਘੱਟ ਕਰਨ ਦੇ ਵਿੱਚ ਵੀ ਮਦਦ ਮਿਲੇਗੀ।
ਰੂਸ ਨੇ ਯੂਕਰੇਨ ਤੇ ਇਸ ਸਾਲ 24 ਫਰਵਰੀ ਨੂੰ ਹਮਲਾ ਕਰ ਦਿੱਤਾ ਸੀ ਔਰ ਉਸ ਤੋਂ ਬਾਅਦ ਵੀ ਅਮਰੀਕਾ ਅਤੇ ਯੂਰਪੀ ਦੇਸ਼ਾਂ ਨੇ ਉਸ ਦੀ ਅਰਥ ਵਿਵਸਥਾ ਨਸ਼ਟ ਕਰਨ ਦੇ ਲਈ ਆਰਥਿਕ ਪਾਬੰਦੀਆਂ ਲਗਾਈਆਂ। ਇਹਨਾਂ ਆਰਥਿਕ ਪਾਬੰਦੀਆਂ ਦੇ ਦੌਰਾਨ ਰੂਸ ਨੇ ਭਾਰਤ ਦੇ ਨਾਲ ਰੁਪਏ ਦੇ ਵਿੱਚ ਕਾਰੋਬਾਰ ਕਰਨ ਦੇ ਲਈ ਬਦਲ ਖੋਲ੍ਹੇ ਤੇ ਨਾਲ ਹੀ ਨਾਲ ਭਾਰਤ ਨੂੰ ਸਸਤੇ ਤੇਲ ਦੀ ਪੇਸ਼ਕਸ਼ ਵੀ ਕੀਤੀ। ਇਸ ਮੌਕੇ ਦਾ ਭਾਰਤ ਨੇ ਫਾਇਦਾ ਉਠਾਇਆ। ਸਾਲ ਦੇ ਪਹਿਲੇ 3 ਮਹੀਨਿਆਂ ਦੇ ਵਿੱਚ ਭਾਰਤ ਨੇ ਰੂਸ ਤੋਂ 0.66 ਮਿਲੀਅਨ ਟਨ ਕੱਚੇ ਤੇਲ ਦੀ ਬਰਾਮਦ ਕੀਤੀ ਤੇ ਪਰ ਅਗਲੀ ਤਿਮਾਹੀ ਦੇ ਵਿੱਚ ਇਹ ਵੱਧ ਕੇ 8.42 ਮਿਲੀਅਨ ਟਨ ਪਹੁੰਚ ਗਈ। ਭਾਰਤ ਦੇ ਇਸ ਪ੍ਰਤੀ ਟਨ ਦੇ ਹਿਸਾਬ ਦੇ ਨਾਲ ਕੀਤੇ ਗਏ ਹਨ, ਜਦਕਿ ਪਹਿਲੀ ਤਿਮਾਹੀ ਦੇ ਸੱਦੇ ਦੇ ਵਿੱਚ $790 ਪ੍ਰਤੀ ਟਨ ਦੇ ਹਿਸਾਬ ਦੇ ਨਾਲ ਹੋਏ ਸਨ। ਐਨਾ ਨਹੀਂ, ਯੂਰਪ ਦੇ ਵਿੱਚ ਰੂਸ ਦੇ ਸਮਾਨ ਤੇ ਪਾਬੰਦੀ ਲਗਾਏ ਜਾਣ ਦਾ ਫਾਇਦਾ ਵੀ ਭਾਰਤ ਨੂੰ ਮਿਲ ਰਿਹਾ ਹੈ। ਭਾਰਤ ਨੇ ਯੂਰਪੀ ਦੇਸ਼ਾਂ ਨੂੰ ਅਪ੍ਰੈਲ ਤੋਂ ਜੁਲਾਈ ਦੇ 4 ਮਹੀਨਿਆਂ ਦੇ ਵਿੱਚ $25,391.90 ਮਿਲੀਅਨ ਦਾ ਐਕਸਪੋਰਟ ਕੀਤਾ, ਜਦਕਿ ਪਿਛਲੇ ਵਿੱਤੀ ਸਾਲ ਦੇ ਦੌਰਾਨ ਐਕਸਪੋਰਟ $64,963.55 ਮਿਲੀਅਨ ਰਿਹਾ। ਇਸ ਦੌਰਾਨ ਰੂਸ ਨੇ ਭਾਰਤ ਦੇ ਨਾਲ ਟ੍ਰੇਡ ਨੂੰ ਕਾਇਮ ਰੱਖਣ ਦੇ ਲਈ ਸੈਂਟ ਪੀਟਰਸਬਰਗਸ ਅਤੇ ਵੋਸਕੀ ਪੋਰਟ ਦੇ ਲਈ ਮੁੰਬਈ ਦੇ ਕਰੰਸੀ ਪੋਰਟ ਤੋਂ ਮੌਲ ਵਾਹਕ ਜਹਾਜ਼ ਸ਼ੁਰੂ ਕਰ ਦਿੱਤੇ ਤੇ ਇਹ ਜਹਾਜ਼ ਭਾਰਤ ਤੋਂ ਹੋਣ ਵਾਲੀ ਦਰਾਮਦ ਤੇ ਬਰਾਮਦ ਦੇ ਸਮਾਨ ਨੂੰ ਲਿਆਉਣ ਤੇ ਲਿਜਾਣ ਦਾ ਕੰਮ ਕਰ ਰਹੇ ਨੇ। ਐਨਾ ਹੀ ਨਹੀਂ, ਰੂਸ ਨੇ ਭਾਰਤ ਦੇ ਨਾਲ ਟ੍ਰੇਡ ਦੇ ਲਈ ਅਦਾਇਗੀ ਨੂੰ ਰੁਪਏ ਦੇ ਰੂਪ ਦੇ ਵਿੱਚ ਕਰਨ ਦੇ ਲਈ ਆਪਣੇ ਬੈਂਕਿੰਗ ਸਿਸਟਮ ਨੂੰ ਵੀ ਦਰੁਸਤ ਕੀਤਾ ਹੈ ਔਰ ਭਾਰਤ ਤੋਂ ਯੂਰਪ ਨੂੰ ਬਰਾਮਦ ਕਰਨ ਵਾਲੇ ਕਈ ਬਰਾਮਦਕਾਰਾਂ ਨੂੰ ਪਿਛਲੇ ਕੁਝ ਮਹੀਨਿਆਂ ਤੇ ਰਸ਼ੀਅਨ ਇੰਪੋਰਟਸ ਰੁਪਏ ਦੇ ਵਿੱਚ ਅਦਾਇਗੀ ਕਰ ਰਹੇ ਨੇ। ਭਾਰਤ ਐਕਸਪੋਰਟਰਸ ਰਸ਼ੀਅਨਸ ਥਾਇਰ ਨੂੰ ਆਪਣੇ ਸਮਾਨ ਦਾ ਦਾਮ ਡਾਲਰ ਦੇ ਵਿੱਚ ਦੱਸਦੇ ਨੇ ਅਤੇ ਡਾਲਰ ਨੂੰ ਕਨਵਰਟ ਕਰਨ ਤੋਂ ਬਾਅਦ ਰਕਮ ਭਾਰਤੀ ਐਕਸਪੋਰਟਸ ਦੇ ਅਕਾਊਂਟ ਦੇ ਵਿੱਚ ਰੁਪਏ ਦੇ ਵਿੱਚ ਆ ਰਹੀ ਹੈ। ਭਾਰਤ ਦੇ ਸਰਕਾਰੀ ਬੈਂਕ ਇਸ ਕੰਮ ਦੇ ਲਈ ਐਕਸਪੋਰਟਰਸ ਦੀ ਮਦਦ ਕਰ ਰਹੇ ਨੇ, ਜਦਕਿ ਪ੍ਰਾਈਵੇਟ ਬੈਂਕਾਂ ਨੂੰ ਫਿਲਹਾਲ ਇਸ ਮਾਮਲੇ ਦੇ ਵਿੱਚ ਤਕਨੀਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅਮਰੀਕਾ ਤੇ ਰੂਸ ਦੇ ਵੱਲੋਂ ਲਾਈਆਂ ਪਾਬੰਦੀਆਂ ਦੇ ਬਾਵਜੂਦ ਰੂਸ ਦੇ ਵਿੱਚ ਸਭ ਕੁਝ ਨਾਰਮਲ ਹੈ। ਪਾਬੰਦੀਆਂ ਦੇ ਕਾਰਨ ਰੂਸ ਦੇ ਨਾਗਰਿਕ ਯੂਰਪ ਅਤੇ ਅਮਰੀਕਾ ਦੇ ਵਿੱਚ ਘਟ ਜਾ ਰਹੇ ਨੇ, ਜਿਸ ਕਾਰਨ ਡਾਲਰ ਤੇ ਉਹਨਾਂ ਦੀ ਨਿਰਭਰਤਾ ਘਟ ਹੋ ਰਹੀ ਹੈ। ਇਸੇ ਕਾਰਨ ਰੂਸੀ ਕਰੰਸੀ ਰੂਬਲ ਦੇ ਮੁਕਾਬਲੇ ਡਾਲਰ ਦੀਆਂ ਕੀਮਤਾਂ ਪਿਛਲੇ 6 ਮਹੀਨਿਆਂ ਵਿੱਚ ਅੱਧੀਆਂ ਰਹਿ ਗਈਆਂ ਨੇ। ਇਸ ਸਾਲ 7 ਮਾਰਚ ਨੂੰ $1 ਦੀ ਕੀਮਤ 139 ਰੁਪਏ ਰੂਬਲ ਸੀ, ਜਦਕਿ ਇਹ 27 ਜੂਨ ਨੂੰ 53 ਰੁਪਏ ਤੇ ਫਿਸਲ ਗਿਆ। ਹਾਲਾਂਕਿ ਹੁਣ $1 ਦੀ ਕੀਮਤ ਕਰੀਬ 61 ਰੂਬਲ ਚੱਲ ਰਹੀ ਹੈ, ਪਰ ਇਸ ਪੂਰੇ ਕਾਂਡ ਦੇ ਵਿੱਚ ਰੂਸ ਦੀ ਕਰੰਸੀ ਡਾਲਰ ਦੇ ਮੁਕਾਬਲੇ ਡਿੱਗਣ ਦੀ ਬਜਾਏ ਮਜ਼ਬੂਤ ਹੋ ਗਈ ਹੈ। ਇਸ ਦੇ ਵਿੱਚ ਆਰਬੀਆਈ ਨੇ ਹੁਣ ਇਸ ਮੌਕੇ ਦਾ ਫਾਇਦਾ ਉਠਾਉਣ ਦੇ ਲਈ ਵਿਦੇਸ਼ਾਂ ਦੇ ਨਾਲ ਹੋਣ ਵਾਲੇ ਵਪਾਰ ਦੀ ਰੁਪਏ ਦੇ ਵਿੱਚ ਸੈਟਲਮੈਂਟ ਕਰਨ ਦੇ ਲਈ ਯੋਜਨਾ ਤਿਆਰ ਕਰ ਲਈ ਹੈ। ਯੋਜਨਾ ਦੇ ਤਹਿਤ ਬੈਂਕ ਇਸ ਦੇ ਲਈ ਇੱਕ ਵੈਸਟਰੋ ਅਕਾਊਂਟ ਖੋਲਣਗੇ ਤੇ ਵਿਦੇਸ਼ੀ ਬੈਂਕਾਂ ਦੇ ਨਾਲ ਰੁਪਏ ਦੇ ਵਿੱਚ ਸੈਟਲਮੈਂਟ ਕਰ ਸਕਣਗੇ। ਆਰਬੀਆਈ ਦੇ ਇਸ ਕਦਮ ਦੇ ਨਾਲ ਭਾਰਤ ਨੂੰ ਰੂਸ ਤੋਂ ਇਲਾਵਾ ਯੂਕਰੇਨ ਤੇ ਸ਼੍ਰੀਲੰਕਾ ਦੇ ਨਾਲ ਕਾਰੋਬਾਰੀ ਸੌਦਾ ਦੀ ਰੁਪਏ ਦੇ ਵਿੱਚ ਸੈਟਲਮੈਂਟ ਕਰਨ ਦੇ ਵਿੱਚ ਮਦਦ ਮਿਲੇਗੀ ਅਤੇ ਭਾਰਤ ਰੁਪਏ ਦੀ ਗਲੋਬਲ ਪੱਧਰ ਤੇ ਪਛਾਣ ਵੀ ਬਣਾਏਗੀ। ਆਰਬੀਆਈ ਨੇ ਇਸ ਮਾਮਲੇ ਦੇ ਵਿੱਚ ਬੈਂਕਾਂ ਨਾਲ ਬੈਠਕ ਕੀਤੀ ਤੇ ਬੈਂਕਾਂ ਨੇ ਹੁਣ ਤੱਕ ਸ਼੍ਰੀਲੰਕਾ, ਰੂਸ, ਯੂਕਰੇਨ ਦੇ ਨਾਲ ਕਾਰੋਬਾਰੀ ਸੈਟਲਮੈਂਟ ਰੁਪਏ ਦੇ ਵਿੱਚ ਕਰਨ ਲਈ 115 ਪ੍ਰਸਤਾਵ ਮਿਲੇ ਨੇ। ਇਸ ਦੇ ਨਾਲ ਹੀ ਨਾਲ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ HSN ਨਿਊਜ਼ ਦੇ ਨਾਲ।